ਪਿਆਰੇ ਵਿਦਿਆਰਥੀਓ, ਮੈਂ ਡਾਕਟਰ ਅਰਮਨਪ੍ਰੀਤ ਸਿੰਘ, ਪੰਜਾਬੀ ਲੈਕਚਰਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ, ਜ਼ਿਲ੍ਹਾ ਹੁਸ਼ਿਆਰਪੁਰ। ਅੱਜ ਦੇ ਇਸ ਲੈਕਚਰ ਵਿੱਚ ਚੋਣਵੀ ਪੰਜਾਬੀ ਵਿੱਚ ਸ਼ਾਮਲ ਪੁਸਤਕ ਆਪ ਬੀਤੀਆਂ ਵਿੱਚ ਦਰਜ ਪ੍ਰੋਫੈਸਰ ਪੂਰਨ ਸਿੰਘ ਦੇ ਸਵੈ ਜੀਵਨੀ ਅੰਸ਼ ਐਬਟਾਬਾਦ ਦਾ ਪਾਠ ਲੈ ਕੇ ਹਾਜ਼ਰ ਹੋਇਆ ਹਾਂ। ਇਸ ਦਾ ਪਾਠ ਕਰਨ ਤੋਂ ਪਹਿਲਾਂ, ਇਸ ਪਾਠ ਦੇ ਚਰਚਾ ਕਰਨ ਤੋਂ ਪਹਿਲਾਂ, ਆਓ ਪਿਆਰੇ ਵਿਦਿਆਰਥੀਓ ਅਸੀਂ ਪ੍ਰੋਫੈਸਰ ਪੂਰਨ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕਰੀਏ। ਪਿਆਰੇ ਵਿਦਿਆਰਥੀਓ, ਪ੍ਰੋਫੈਸਰ ਪੂਰਨ ਸਿੰਘ ਆਧੁਨਿਕ ਰੋਮਾਂਸਵਾਦੀ ਪੰਜਾਬੀ ਕਵਿਤਾ ਦਾ ਇੱਕ ਪ੍ਰਸਿੱਧ ਕਵੀ ਹੈ। ਪ੍ਰੋਫੈਸਰ ਪੂਰਨ ਸਿੰਘ ਨੂੰ ਪੰਜਾਬੀ ਸਾਹਿਤ ਵਿੱਚ ਛੰਦ ਮੁਕਤ ਭਾਵ ਖੁੱਲ੍ਹੀ ਕਵਿਤਾ ਲਿਖਣ ਦਾ ਮੋਢੀ ਮੰਨਿਆ ਜਾਂਦਾ ਹੈ। ਉਸ ਦਾ ਜਨਮ ਪਿੰਡ ਸਲਹੱਡ, ਜ਼ਿਲ੍ਹਾ ਐਬਟਾਬਾਦ, ਪਾਕਿਸਤਾਨ ਵਿੱਚ ਪਿਤਾ ਸਰਦਾਰ ਕਰਤਾਰ ਸਿੰਘ ਜੀ ਦੇ ਘਰ 1881 ਈਸਵੀ ਵਿੱਚ ਹੋਇਆ। ਆਪ ਨੇ ਟੋਕੀਓ ਯੂਨੀਵਰਸਿਟੀ, ਜਾਪਾਨ ਤੋਂ ਵਿਗਿਆਨ ਅਤੇ ਦਰਸ਼ਨ ਵਿੱਚ ਉੱਚ ਵਿੱਦਿਆ ਪ੍ਰਾਪਤ ਕੀਤੀ। ਪ੍ਰੋਫੈਸਰ ਪੂਰਨ ਸਿੰਘ ਨੇ ਪੂਰਬੀ ਅਤੇ ਪੱਛਮੀ ਸਾਹਿਤ ਦਾ ਡੂੰਘਾ ਅਧਿਐਨ ਕੀਤਾ ਅਤੇ ਪੰਜਾਬੀ ਭਾਸ਼ਾ ਤੋਂ ਇਲਾਵਾ ਅੰਗਰੇਜ਼ੀ ਵਿੱਚ ਵੀ ਕਈ ਪੁਸਤਕਾਂ ਲਿਖੀਆਂ। ਅੰਗਰੇਜ਼ੀ ਵਿੱਚ ਉਹਨਾਂ ਨੇ ਨਾਵਲ, ਕਵਿਤਾ ਅਤੇ ਜੀਵਨੀਆਂ ਲਿਖਣ ਦੇ ਨਾਲ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਵੀ ਬਹੁਤ ਸਾਰਾ ਸਾਹਿਤ ਅਨੁਵਾਦ ਕੀਤਾ। ਪੰਜਾਬੀ ਵਿੱਚ ਉਹਨਾਂ ਨੇ 3 ਕਾਵਿ ਸੰਗ੍ਰਹਿ ਲਿਖੇ ਜੋ ਕਿ ਬੜੇ ਮਕਬੂਲ ਹੋਏ। ਉਹਨਾਂ ਵਿੱਚ ਖੁੱਲ੍ਹੇ ਮੈਦਾਨ, ਖੁੱਲ੍ਹੇ ਅਸਮਾਨੀ ਰੰਗ ਪ੍ਰਮੁੱਖ ਹਨ। ਪ੍ਰੋਫੈਸਰ ਪੂਰਨ ਸਿੰਘ ਨੇ ਆਪਣੀ ਸਵੈ ਜੀਵਨੀ ਔਨ ਪਾਥਸ ਆਫ ਲਾਈਫ ਅੰਗਰੇਜ਼ੀ ਵਿੱਚ ਲਿਖੀ। ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਇਸ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਅਤੇ ਇਸ ਸਵੈ ਜੀਵਨੀ ਦਾ ਨਾਮ ਜ਼ਿੰਦਗੀ ਦੇ ਰਾਹਾਂ ਤੇ ਸਿਰਲੇਖ ਅਧੀਨ ਕੀਤਾ। 12ਵੀਂ ਜਮਾਤ ਦੇ ਚੋਣਵੀਂ ਪੰਜਾਬੀ ਵਿਸ਼ੇ ਲਈ ਨਿਰਧਾਰਤ ਪਾਠ ਪੁਸਤਕ ਆਪ ਬੀਤੀਆਂ ਵਿੱਚ ਦਰਜ ਪਾਠ ਐਬਟਾਬਾਦ ਇਸੇ ਸਵੈ ਜੀਵਨੀ ਵਿੱਚੋਂ ਲਿਆ ਗਿਆ ਹੈ। ਪਿਆਰੇ ਵਿਦਿਆਰਥੀਓ, ਸਵੈ ਜੀਵਨੀ ਇੱਕ ਵਿਅਕਤੀ ਵੱਲੋਂ ਆਪਣੇ ਜੀਵਨ ਬਾਰੇ ਆਪ ਲਿਖੀ ਜੀਵਨ ਕਹਾਣੀ ਹੁੰਦੀ ਹੈ। ਇਸ ਨੂੰ ਆਤਮ ਕਥਾ ਵੀ ਕਿਹਾ ਜਾਂਦਾ ਹੈ। ਐਬਟਾਬਾਦ ਪਾਠ ਵਿੱਚ ਵੀ ਪੂਰਨ ਸਿੰਘ ਨੇ ਆਪਣੀ ਬਾਲ ਉਮਰ ਦੇ ਜੀਵਨ ਬਾਰੇ ਵੇਰਵੇ ਪੇਸ਼ ਕੀਤੇ ਹਨ, ਜਿਨ੍ਹਾਂ 'ਚੋਂ ਉਸ ਦੀ ਡੁੱਲ ਪੈਂਦੀ ਸੰਵੇਦਨਸ਼ੀਲ ਕਾਵਿ ਸ਼ਖਸੀਅਤ ਦੇ ਨਿਰਮਾਣ ਵਿੱਚ ਮੁੱਢਲੇ ਸਾਲਾਂ ਵਿੱਚ ਪਏ ਪ੍ਰਭਾਵਾਂ ਦੀ ਝਲਕ ਮਿਲਦੀ ਹੈ। ਇਹਨਾਂ ਵਰ੍ਹਿਆਂ ਦਾ ਬਿਆਨ ਕਰਦਿਆਂ ਪੂਰਨ ਸਿੰਘ ਆਪਣੀ ਮਾਂ ਦੇ ਸੁਭਾਅ, ਪ੍ਰਕਿਰਤੀ ਪਿਆਰ, ਗੈਰ ਜ਼ਿੰਮੇਵਾਰ ਕੁਰਖਤ ਮਾਪਿਆਂ, ਅਧਿਆਪਕਾਂ ਬਾਰੇ ਬੜੀਆਂ ਭਾਵਪੂਰਤ ਟਿੱਪਣੀਆਂ ਕਰਦਾ ਹੈ। ਐਬਟਾਬਾਦ ਪਾਠ ਭਾਰਤ ਦੀ ਗੌਰਵਸ਼ਾਲੀ ਸੰਸਕ੍ਰਿਤੀ ਪ੍ਰਤੀ ਪ੍ਰੋਫੈਸਰ ਪੂਰਨ ਸਿੰਘ ਦੇ ਮੋਹ ਦੀ ਗਵਾਹੀ ਵੀ ਭਰਦਾ ਹੈ, ਜਿਸ ਬਾਰੇ ਅਸੀਂ ਇਸ ਲੈਕਚਰ ਵਿੱਚ ਚਰਚਾ ਕਰਾਂਗੇ। ਪਿਆਰੇ ਵਿਦਿਆਰਥੀਓ, ਅਸੀਂ ਹੁਣ ਪ੍ਰੋਫੈਸਰ ਪੂਰਨ ਸਿੰਘ ਦੇ ਲਿਖੇ ਹੋਏ ਸਵੈ ਜੀਵਨੀ ਅੰਸ਼ ਐਬਟਾਬਾਦ ਦਾ ਕਰਨ ਜਾ ਰਹੇ ਹਾਂ। ਪ੍ਰੋਫੈਸਰ ਪੂਰਨ ਸਿੰਘ ਦਾ ਜਨਮ। ਪਿਆਰੇ ਵਿਦਿਆਰਥੀਓ, ਸਵੈ ਜੀਵਨੀ ਅੰਸ਼ ਐਬਟਾਬਾਦ ਵਿੱਚ ਸਭ ਤੋਂ ਪਹਿਲਾਂ ਪ੍ਰੋਫੈਸਰ ਪੂਰਨ ਸਿੰਘ ਆਪਣੇ ਜਨਮ ਬਾਰੇ ਸਾਡੇ ਨਾਲ ਵਿਚਾਰ ਸਾਂਝੇ ਕਰਦਾ ਹੈ। ਉਸ ਅਨੁਸਾਰ ਐਬਟਾਬਾਦ ਸਵੈ ਜੀਵਨੀ ਅੰਸ਼ ਵਿੱਚ ਪ੍ਰੋਫੈਸਰ ਪੂਰਨ ਸਿੰਘ ਦੱਸਦਾ ਹੈ ਕਿ ਉਸ ਦਾ ਜਨਮ ਪਾਕਿਸਤਾਨ ਦੇ ਸਰਹੱਦੀ ਜ਼ਿਲ੍ਹਾ ਹਜ਼ਾਰਾ ਵਿੱਚ ਐਬਟਾਬਾਦ ਨੇੜੇ ਸਲਹੱਡ ਪਿੰਡ ਦੇ ਕੱਚੇ ਘਰ ਵਿੱਚ ਹੋਇਆ। ਉਸ ਨੇ ਆਪਣਾ ਬਚਪਨ ਪਠਾਣਾਂ ਦੇ ਇਸ ਪਿੰਡ ਵਿੱਚ ਗੁਜ਼ਾਰਿਆ ਅਤੇ ਆਜ਼ਾਦੀ ਦੇ ਆਪ ਮੁਹਾਰੇ ਜਜ਼ਬੇ ਵਿੱਚ ਪੂਰਨ ਸਿੰਘ ਵੱਡਾ ਹੁੰਦਾ ਗਿਆ। ਇੱਕ ਘਟਨਾ ਪੂਰਨ ਸਿੰਘ ਦੱਸਦਾ ਹੈ, ਜਦੋਂ ਉਸਦੇ ਬਚਪਨ ਦੇ ਵਿੱਚ ਉਸਦੇ ਪੈਰ ਦੇ ਉੱਪਰ ਨਲ ਡਿੱਗ ਪੈਂਦਾ ਹੈ। ਬਾਲ ਪੂਰਨ ਸਿੰਘ ਨੂੰ ਉਸਦੀ ਮਾਂ ਬਹੁਤ ਪਿਆਰ ਕਰਦੀ ਸੀ। ਨਿੱਕੇ ਹੁੰਦੇ ਪੂਰਨ ਸਿੰਘ ਨੂੰ ਉਹ ਝਾਲਾਂ ਦੇ ਹੇਠਾਂ ਬਿਠਾ ਦਿੰਦੀ ਅਤੇ ਉਸਦੀ ਕੰਡ ਭਾਵ ਪਿੱਠ ਉੱਤੇ ਠੰਡਾ ਪਾਣੀ ਪਾਉਂਦੀ ਸੀ। ਇੱਕ ਵਾਰੀ ਗਿੱਲੀ ਮਿੱਟੀ ਵਿੱਚ ਗੱਡਿਆ ਨਲ ਉਸਦੇ ਪੈਰ ਉੱਤੇ ਡਿੱਗ ਪਿਆ। ਜ਼ਿਆਦਾ ਲਹੂ ਵਗਣ ਕਰਕੇ ਇੱਕ ਪੱਕਾ ਦਾਗ ਭਾਵ ਜ਼ਖਮ ਦਾ ਨਿਸ਼ਾਨ ਉਸਦੇ ਪੈਰਾਂ ਉੱਤੇ ਪੈ ਗਿਆ। ਇਸ ਸੰਬੰਧੀ ਪ੍ਰੋਫੈਸਰ ਪੂਰਨ ਸਿੰਘ ਨੇ ਬੜੀ ਭਾਵਪੂਰਤ ਟਿੱਪਣੀ ਕੀਤੀ ਹੈ। ਉਹ ਲਿਖਦਾ ਹੈ, ਕੁਝ ਵੀ ਅਸੀਂ ਕਰੀਏ, ਆਪਣੇ ਹਰ ਕੰਮ ਦਾ ਦਾਗ ਜਾਂ ਚੰਗਿਆੜਾ ਸਾਰੀ ਉਮਰ ਸਾਡੇ ਨਾਲ ਰਹਿੰਦਾ ਹੈ। ਮੈਂ ਹੈਰਾਨ ਹਾਂ, ਛੋਟੇ ਅਮਲਾਂ ਦੀ ਸਾਡੀ ਆਜ਼ਾਦੀ ਕਿੱਡੀ ਸਰਬ ਸਮਰੱਥ ਹੈ ਕਿ ਓੜਕ ਅਸੀਂ ਆਪਣੀ ਖਿਡੌਣੀ ਆਜ਼ਾਦੀ ਦੇ
ਗੁਲਾਮ ਬਣ ਜਾਂਦੇ ਹਾਂ। ਸਾਡੀ ਭਾਵਨਾ ਦੇ ਅਤ ਲਿਸ਼ਕ ਦੇ ਚੰਗਿਆੜੇ ਕਾਲੇ ਡੱਬ ਬਣ ਜਾਂਦੇ ਹਨ। ਇਸੇ ਸਵੈ ਜੀਵਨੀ ਵਿੱਚ ਪ੍ਰੋਫੈਸਰ ਪੂਰਨ ਸਿੰਘ ਆਪਣੇ ਖਬਤੀ ਸੁਭਾਅ ਬਾਰੇ ਵੀ ਸਾਨੂੰ ਦੱਸਦਾ ਹੈ। ਪੂਰਨ ਸਿੰਘ ਦੱਸਦਾ ਹੈ ਕਿ 5-6 ਸਾਲ ਦੇ ਬਚਪਨ ਵਿੱਚ ਉਹ ਬਹੁਤ ਖਬਤੀ ਭਾਵ ਜ਼ਿੱਦੀ ਸੁਭਾਅ ਦਾ ਮਾਲਕ ਸੀ। ਉਸ ਨੂੰ ਵੱਡੇ ਹੋਏ ਉਸ ਦੇ ਦੋਸਤ ਨੀਮ ਪਾਗਲ ਆਖਦੇ ਸਨ। ਉਹ ਪੂਰਨ ਸਿੰਘ ਨੂੰ ਜਾਂਗਲੀ, ਅੱਖੜ, ਅਤ ਭਾਵਕ, ਅਤ ਜੋਸ਼ੀਲਾ ਅਤੇ ਅਤ ਉਤਸ਼ਾਹੀ ਵੀ ਸਮਝਦੇ ਸਨ। ਇੱਕ ਵਾਰ ਖਬਤੀ ਪੂਰਨ ਸਿੰਘ ਨੇ ਚਿੱਟਾ ਕੈਂਹੇ ਦਾ ਕੌਲ ਭੰਨਣ ਦੀ ਬਹੁਤ ਜਿੱਦ ਕੀਤੀ ਤਾਂ ਉਸ ਦੀ ਮਾਂ ਨੇ ਉਸ ਨੂੰ ਕੌਲ ਭੰਨਣ ਦੀ ਆਗਿਆ ਦੇ ਦਿੱਤੀ। ਉਸ ਨੇ ਕੌਲ ਪੱਥਰ 'ਤੇ ਮਾਰ ਕੇ ਟੋਟੇ ਟੋਟੇ ਕਰ ਦਿੱਤਾ। ਬਾਲ ਪੂਰਨ ਸਿੰਘ ਇਹ ਦੇਖ ਕੇ ਰੋਣ ਲੱਗ ਪਿਆ ਕਿ ਕੌਲ ਟੋਟੇ ਟੋਟੇ ਕਿਉਂ ਹੋ ਗਿਆ। ਇਸੇ ਤਰ੍ਹਾਂ ਇਸ ਸਵੈ ਜੀਵਨੀ ਵਿੱਚ ਉਹ ਇੱਕ ਲਾਲ ਜੱਤ ਵਾਲੀ ਬੱਕਰੀ ਦੀ ਯਾਦ ਨੂੰ ਵੀ ਸਾਡੇ ਨਾਲ ਸਾਂਝਾ ਕਰਦਾ ਹੈ, ਜਿਸ ਨੂੰ ਬੜਾ ਉਹ ਪਿਆਰ ਕਰਦਾ ਸੀ। ਲਾਲ ਜੱਤ ਵਾਲੀ ਬੱਕਰੀ ਦੀ ਯਾਦ ਵੀ ਪ੍ਰੋਫੈਸਰ ਪੂਰਨ ਸਿੰਘ ਨੂੰ ਨਹੀਂ ਭੁੱਲਦੀ। ਇਸ ਬੱਕਰੀ ਪਿੱਛੇ ਉਹ ਰੀਝ ਨਾਲ ਛੰਨਾ ਲੈ ਕੇ ਦੌੜਦਾ ਸੀ ਅਤੇ ਉਹ ਉਸ ਨੂੰ ਦੁੱਧ ਦਿੰਦੀ ਸੀ। ਇੱਕ ਵਾਰ ਉਸ ਦੇ ਜਵਾਨ ਮਾਮੇ ਨੇ ਉਸ ਨੂੰ ਤਮਾਸ਼ਾ ਦਿਖਾਉਣ ਦਾ ਲਾਲਚ ਦੇ ਕੇ ਬੱਕਰੀ ਦੇ ਲੇਲੇ ਨੂੰ ਮਾਰ ਕੇ ਖਾ ਲਿਆ। ਜਦੋਂ ਦਿਨ ਭਰ ਪਹਾੜ ਉੱਤੇ ਚਰਨ ਮਗਰੋਂ ਵਿਚਾਰੀ ਬੱਕਰੀ ਘਰ ਆਈ ਤਾਂ ਆਪਣਾ ਲੇਲਾ ਘਰ ਨਾ ਦੇਖ ਕੇ ਸਦਮੇ ਵਿੱਚ ਉਹ ਵਾਪਸ ਚਲੀ ਗਈ। ਫਿਰ ਬਾਲ ਪੂਰਨ ਸਿੰਘ ਬੱਕਰੀ ਅਤੇ ਲੇਲੇ ਦੋਹਾਂ ਲਈ ਰੋਂਦਾ ਰਿਹਾ। ਇਸੇ ਤਰ੍ਹਾਂ ਪ੍ਰੋਫੈਸਰ ਪੂਰਨ ਸਿੰਘ ਇੱਕ ਬੜੀ ਪਿਆਰੀ ਅਤੇ ਰੌਚਕ ਘਟਨਾ ਸਾਡੇ ਨਾਲ ਸਾਂਝੀ ਕਰਦਾ ਹੈ। ਉਹ ਹੈ ਸੋਨੇ ਦੀ ਮੋਹਰ ਦੇ ਨਾਲ ਵਾਲਾਂ ਦੇ ਕੱਟੇ ਜਾਣ ਦੀ ਘਟਨਾ। ਆਪਣੇ ਬਚਪਨ ਦੀ ਇੱਕ ਹੋਰ ਰੌਚਕ ਘਟਨਾ ਦੱਸਦਿਆਂ ਪੂਰਨ ਸਿੰਘ ਲਿਖਦਾ ਹੈ ਕਿ ਇੱਕ ਵਾਰ ਉਸ ਦੀ ਮਾਂ ਨੇ ਉਸ ਨੂੰ ਕੁੜੀਆਂ ਵਾਂਗ ਸ਼ਿੰਗਾਰਨ ਲਈ ਉਸ ਦੇ ਮੱਥੇ ਉੱਪਰਲੇ ਵਾਲਾਂ ਦੀ ਮਿੱਡੀ ਨਾਲ ਇੱਕ ਸੋਨੇ ਦੀ ਮੋਹਰ ਗੁੰਦ ਦਿੱਤੀ। ਉਹ ਪਿੰਡ ਦੀ ਗਲੀ ਵਿੱਚ ਇੱਕ ਫਕੀਰ ਨੇ ਧੋਖੇ ਨਾਲ ਉਹ ਸੁਨਹਿਰੀ ਮੋਹਰ ਸਣੇ ਮਿੱਡੀ ਕੱਟ ਲਈ। ਘਰ ਵਾਪਸ ਆਉਣ ਉੱਤੇ ਜਦੋਂ ਮਾਂ ਨੇ ਮੋਹਰ ਅਤੇ ਕੱਟੇ ਹੋਏ ਵਾਲਾਂ ਬਾਰੇ ਪੁੱਛਿਆ ਤਾਂ ਪੂਰਨ ਸਿੰਘ ਨੇ ਕਿਹਾ, ਬਾਵਾ। ਲੇਖਕ ਦੀ ਮਾਂ ਨੇ ਉਸ ਨੂੰ ਕੁੱਛੜ ਚੁੱਕ ਲਿਆ ਅਤੇ ਰੱਬ ਦਾ ਸ਼ੁਕਰ ਕੀਤਾ ਕਿ ਚੰਦਰੀ ਮੋਹਰ ਨਾਲ ਕਿਤੇ ਬਾਵੇ ਨੇ ਭਾਵ ਗਲੀ ਵਿੱਚ ਆਏ ਫਕੀਰ ਨੇ ਧੋਖੇ ਨਾਲ ਕਿਧਰੇ ਬਾਲ ਪੂਰਨ ਸਿੰਘ ਨੂੰ ਨਹੀਂ ਸੀ ਚੁੱਕ ਲਿਆ। ਇਸੇ ਤਰ੍ਹਾਂ ਪ੍ਰੋਫੈਸਰ ਪੂਰਨ ਸਿੰਘ ਐਬਟਾਵਾਦ ਬਾਰੇ ਵੀ ਸਾਡੇ ਨਾਲ ਸਾਂਝੇ ਵਿਚਾਰ ਕਰਦਾ ਹੈ। ਪੂਰਨ ਸਿੰਘ ਦੇ ਪਿਤਾ ਜੀ ਨੂੰ ਕਾਰੋਬਾਰ ਲਈ ਇੱਕ ਵਾਰ ਐਬਟਾਬਾਦ ਜਾਣਾ ਪਿਆ। ਐਬਟਾਬਾਦ ਸਮੁੰਦਰ ਤਲ ਤੋਂ 3000 ਫੁੱਟ ਦੀ ਉਚਾਈ ਉੱਤੇ ਸੁੰਦਰ ਪਹਾੜੀਆਂ ਵਿੱਚ ਵਸਿਆ ਅਤ ਪਿਆਰਾ ਕੁਦਰਤੀ ਸੁੰਦਰਤਾ ਵਾਲਾ ਇੱਕ ਸਥਾਨ ਹੈ। ਪਿਆਰੇ ਵਿਦਿਆਰਥੀਓ, ਇੱਕ ਅੰਗਰੇਜ਼ ਅਫਸਰ ਦੇ ਨਾਂ ਉੱਤੇ ਇਸ ਨੂੰ ਹੈਬਤਾਬਾਦ ਆਖਣਾ ਲੇਖਕ ਨੂੰ ਇੱਕ ਸਰਾਪ ਲੱਗਦਾ ਸੀ। ਉਸ ਨੂੰ ਇਸ ਦਾ ਦੁੱਖ ਹੁੰਦਾ ਸੀ। ਪ੍ਰੋਫੈਸਰ ਪੂਰਨ ਸਿੰਘ ਦੱਸਦਾ ਹੈ ਕਿ ਐਬਟਾਬਾਦ ਉਹਦੇ ਵਾਸਤੇ ਇੱਕ ਪ੍ਰਕਿਰਤਕ ਪੰਘੂੜੇ ਤੋਂ ਘੱਟ ਨਹੀਂ ਸੀ। ਇਸ ਕਰਕੇ ਪੂਰਨ ਸਿੰਘ ਵਾਸਤੇ ਐਬਟਾਬਾਦ ਇੱਕ ਨਵਾਂ ਪ੍ਰਾਕਿਰਤਕ ਪੰਘੂੜਾ ਸੀ ਜੋ ਆਪਣੇ ਆਲੇ ਦੁਆਲੇ ਵਗਦੀਆਂ ਨਦੀਆਂ ਦੀਆਂ ਚਾਂਦੀ ਲੜੀਆਂ ਉੱਤੇ ਝੁੱਲ ਰਿਹਾ ਸੀ। ਇਸ ਦੇ ਮਕਵੇ ਠੰਡੇ ਪਾਣੀ, ਸੜਕਾਂ ਉੱਤੇ ਝੂਲਦੇ ਲੰਮੇ ਸਫੈਦੇ, ਨਿੱਕੀਆਂ ਚੀਲਾਂ ਨਾਲ ਕੱਜੀ ਮੰਦਰ ਵਰਗੀ ਸੋਹਣੀ ਪਹਾੜੀ ਅਤੇ ਪੌਣਾ, ਚੀਲਾਂ ਦੀ ਸੁਗੰਧੀ ਅਤੇ ਉਹਨਾਂ ਦੀਆਂ ਸੁੱਕੀਆਂ ਸੂਈਆਂ ਨੂੰ ਪਹਾੜੀ ਦੇ ਹਰ ਪਾਸੇ ਬਖੇਰਦੀਆਂ ਸਨ। ਇੱਥੇ ਵਗਦੀਆਂ ਨਦੀਆਂ ਦੇ ਕੰਢੇ ਆਪਣੇ ਹੱਥੀਂ ਰੇਤ ਪੁੱਟ ਕੇ ਬਣਾਏ ਕੁੰਡਾਂ ਵਿੱਚ ਪੂਰਨ ਸਿੰਘ ਸਵੇਰ ਦਾ ਇਸ਼ਨਾਨ ਆਪਣੇ ਪਿਤਾ ਜੀ ਨਾਲ ਕਰਿਆ ਕਰਦਾ ਸੀ। ਪੂਰਨ ਸਿੰਘ ਪ੍ਰਕਿਰਤੀ ਪ੍ਰੇਮੀ ਸੀ। ਉਸ ਨੂੰ ਆਪਣਾ ਪੱਥਰ ਕੰਧਾ ਸਕੂਲ ਵੀ ਯਾਦ ਹੈ, ਜਿਸ ਦੇ ਬੂਹੇ ਬਾਰੀਆਂ ਫੁੱਲਾਂ ਅਤੇ ਗੁਲਾਬੀ ਵੇਲਾਂ ਨਾਲ ਲੱਦੇ ਹੋਏ ਸਨ। ਕਮੇਟੀ ਬਾਗ 'ਚੋਂ ਆਉਂਦੀ ਪੂਦਨੇ ਅਤੇ ਵਰਬੀਨੇ ਦੀ ਖੁਸ਼ਬੂ ਉਸ ਨੂੰ ਨਹੀਂ ਭੁੱਲਦੀ। ਪਿਆਰੇ ਵਿਦਿਆਰਥੀਓ, ਵਰਬੀਨਾ ਇੱਕ ਪਹਾੜੀ ਇਲਾਕੇ ਵਿੱਚ ਮਿਲਣ ਵਾਲਾ ਖੁਸ਼ਬੂ ਦੇਣ ਵਾਲਾ ਫੁੱਲ ਹੈ। ਉਹ ਪੌਦਾ ਹੈ ਜਿਸ ਨੂੰ ਫੁੱਲ ਲੱਗਦੇ ਹਨ। ਇਹਨੂੰ ਲੋਕ ਘਰਾਂ ਦੇ ਵਿੱਚ ਵੀ ਲਿਆ ਕੇ ਰੱਖਦੇ ਆ ਔਰ ਇਸ ਤੋਂ ਦਵਾਈ ਵੀ ਤਿਆਰ ਕੀਤੀ ਜਾਂਦੀ ਸੀ। ਉਹ ਕਮੇਟੀ ਬਾਗ ਦੇ ਵਿੱਚ ਬੈਂਚਾਂ ਉੱਪਰ ਬੈਠਣ ਦੀ ਬਜਾਏ ਮਖਮਲ ਵਰਗੇ ਉਸ ਨੂੰ ਲੱਗਦੇ ਫਰਸ਼ ਬੜੇ ਪਿਆਰੇ ਲੱਗਦੇ ਸਨ ਅਤੇ ਉਹ ਉਹਨਾਂ ਉੱਤੇ ਲਿਟ ਕੇ ਲਿਬੜਨਾ ਜ਼ਿਆਦਾ ਪਸੰਦ ਕਰਦਾ ਸੀ। ਪੂਰਨ ਸਿੰਘ ਨੂੰ ਰੁੱਤ ਦਾ ਆਲੂ ਬੁਖਾਰਾ, ਅੰਗੂਰ, ਰਸੀਲੀਆਂ ਨਾਖਾਂ
ਅਤੇ ਪਹਾੜ ਦੀਆਂ ਪੱਥਰਨਾਖਾਂ ਵੀ ਬਹੁਤ ਪਸੰਦ ਸਨ। ਬੇਦ ਮਜਨੂਆਂ ਦੇ ਝੁੰਡ ਵਿੱਚ ਕਮੇਟੀ ਬਾਗ ਦਾ ਬਣਿਆ ਡਿੱਗੀ ਤਲਾਅ, ਜਿਸ ਵਿੱਚ ਇੱਕ ਚਿੱਟੀ ਬੀੜੀ ਤੈਰਦੀ ਰਹਿੰਦੀ, ਲੇਖਕ ਨੂੰ ਪਰੀਆਂ ਦੇ ਆਰਾਮ ਕਰਨ ਦੀ ਪਿਆਰੀ ਜਿਹੀ ਥਾਂ ਲੱਗਦੀ ਸੀ। ਕਮੇਟੀ ਬਾਗ ਦੇ ਮਾਲੀ ਦਾ ਮੁੰਡਾ ਪ੍ਰੇਮਾ ਪੂਰਨ ਸਿੰਘ ਦਾ ਜਮਾਤੀ ਸੀ। ਪ੍ਰੇਮੇ ਦਾ ਪਿਤਾ ਪੂਰਨ ਸਿੰਘ ਨੂੰ ਡਿੱਗੀ ਦੇ ਨੇੜੇ ਜਾਣੋਂ ਰੋਕਦਾ, ਕਿਉਂਕਿ ਵੱਡਾ ਸਾਹਿਬ ਉੱਥੇ ਅਕਸਰ ਆਇਆ ਜਾਇਆ ਕਰਦਾ ਸੀ। ਇੱਕ ਦਿਨ ਲੇਖਕ ਵੱਡੇ ਲਾਟ ਅਤੇ ਉਸਦੀ ਮੇਮ ਸਾਹਿਬ ਨੂੰ ਡਿੱਗੀ ਵੱਲ ਜਾਂਦਿਆਂ ਦੇਖ ਉਹਨਾਂ ਦੇ ਮਗਰ ਤੁਰ ਪਿਆ। ਮੇਮ ਸਾਹਿਬ ਨੇ ਮੁਸਕਰਾ ਕੇ ਪਿੱਛੇ ਵੇਖਦਿਆਂ ਪੂਰਨ ਸਿੰਘ ਨੂੰ ਇਸ਼ਾਰਾ ਕਰਕੇ ਆਪਣੇ ਕੋਲ ਬੁਲਾ ਲਿਆ। ਫਿਰ ਕੀ ਸੀ, ਫਿਰ ਮੇਮ ਸਾਹਿਬ ਨੇ ਉਸ ਨੂੰ ਆਪਣੀ ਬੇੜੀ ਵਿੱਚ ਬਿਠਾ ਲਿਆ। ਇਸ ਤਰ੍ਹਾਂ ਪੂਰਨ ਸਿੰਘ ਆਪਣੀ ਪਾਣੀ ਉੱਤੇ ਤੈਰਨ ਦੀ ਇੱਛਾ ਪੂਰੀ ਹੋਣ 'ਤੇ ਬਹੁਤ ਹੀ ਖੁਸ਼ ਹੋਇਆ। ਪਿਆਰੇ ਵਿਦਿਆਰਥੀਓ, ਅੱਗੇ ਸਵੈ ਜੀਵਨੀ ਅੰਸ਼ ਦੇ ਵਿੱਚ ਇੱਕ ਅਧਿਆਪਕ ਦੀ ਗੱਲ ਕਰਦਾ ਹੈ ਪ੍ਰੋਫੈਸਰ ਪੂਰਨ ਸਿੰਘ, ਜਿਸ ਦਾ ਨਾਂ ਮਾਸਟਰ ਬੇਲੀ ਰਾਮ ਹੈ ਅਤੇ ਜਿਸ ਦੀ ਯਾਦ ਉਸ ਨੂੰ ਨਹੀਂ ਭੁੱਲਦੀ। ਉਹਦੇ ਬਾਰੇ ਉਹ ਲਿਖਦਾ ਹੈ ਕਿ ਜਦੋਂ ਉਹ ਬਾਲ ਜਮਾਤਾਂ ਵਿੱਚ ਪੜ੍ਹਦਾ ਸੀ ਤਾਂ ਬੇਲੀ ਰਾਮ ਨਾਂ ਦਾ ਇੱਕ ਹੱਟਾ ਕੱਟਾ ਮਾਸਟਰ ਉੱਪਰਲੀਆਂ ਜਮਾਤਾਂ ਨੂੰ ਪੜ੍ਹਾਉਂਦਾ ਸੀ। ਉਹ ਨਿਆਣੇ ਨੂੰ ਹਊਆ ਭਾਵ ਇੱਕ ਡਰਾਉਣਾ ਲੱਗਦਾ ਸੀ। ਪੂਰਨ ਸਿੰਘ ਦਾ ਵਿਚਾਰ ਹੈ ਕਿ ਭੱਦੇ ਅਤੇ ਕੋਝੇ ਸਰੀਰ ਵਾਲਿਆਂ ਨੂੰ ਛੋਟੇ ਬੱਚਿਆਂ ਦੀ ਸਿਖਲਾਈ ਦੇ ਕੰਮ ਉੱਤੇ ਕਦੇ ਵੀ ਨਹੀਂ ਲਾਉਣਾ ਚਾਹੀਦਾ। ਪੂਰਨ ਸਿੰਘ ਅਨੁਸਾਰ ਅਧਿਆਪਕਾਂ ਵਿੱਚ ਸੋਹਜ ਦੀ ਸੋਝੀ ਜ਼ਰੂਰ ਹੋਣੀ ਚਾਹੀਦੀ ਹੈ। ਬੇਲੀ ਰਾਮ ਦਾ ਇੱਕ ਟੈਣਾ ਜਿਹਾ ਮੁੰਡਾ ਪੂਰਨ ਸਿੰਘ ਦਾ ਦੋਸਤ ਸੀ। ਟੈਣੇ ਦੀ ਮਾਂ ਮਰਨ ਕਰਕੇ ਬੇਲੀ ਰਾਮ ਨੇ ਇੱਕ ਕੁੜੀ ਜਿਹੀ ਨਾਲ ਦੂਜਾ ਵਿਆਹ ਕਰਵਾ ਲਿਆ ਸੀ, ਜੋ ਟੈਣੇ ਉੱਤੇ ਬਹੁਤ ਜ਼ੁਲਮ ਕਰਦੀ ਸੀ। ਟੈਣਾ ਜਦੋਂ ਪੂਰਨ ਸਿੰਘ ਤੋਂ ਪੈਸੇ ਮੰਗਦਾ ਤਾਂ ਉਹ ਆਪਣੀ ਮਾਂ ਕੋਲੋਂ ਲਿਆ ਕੇ ਉਸ ਨੂੰ ਦੇ ਦਿੰਦਾ। ਮਗਰੋਂ ਲੇਖਕ ਨੇ ਮਹਿਸੂਸ ਕੀਤਾ ਕਿ ਉਹ ਮਾਪੇ ਕਿੰਨੇ ਬੇਰਹਿਮ ਹੁੰਦੇ ਹਨ, ਜੋ ਛੋਟੇ ਬੱਚਿਆਂ ਵੱਲੋਂ ਅਣਗਹਿਲੀ ਕਰਕੇ ਆਪਣੀਆਂ ਵਾਸ਼ਨਾਵਾਂ ਪਿੱਛੇ ਭਟਕਦੇ ਫਿਰਦੇ ਹਨ। ਗੰਧਾਰ ਦੇਸ਼ ਬਾਰੇ ਵੀ ਪ੍ਰੋਫੈਸਰ ਪੂਰਨ ਸਿੰਘ ਲਿਖਦਾ ਹੈ ਕਿ ਗੰਧਾਰ ਦੇਸ਼ ਨਾਲ ਉਸ ਨੂੰ ਡਾਢਾ ਪਿਆਰ ਸੀ। ਉਸ ਨੂੰ ਇੰਝ ਜਾਪਦਾ ਸੀ ਕਿ ਜਿਵੇਂ ਗੰਧਾਰਾ ਦੇਸ਼ ਵਿੱਚ ਸਭ ਥਾਈਂ ਉਸ ਦਾ ਘਰ ਸੀ। ਉਸ ਨੂੰ ਆਪਣਾ ਆਪਾ ਇੱਕ ਪੰਛੀ ਵਾਂਗ ਲੱਗਦਾ, ਜੋ ਆਪਣੀ ਮਰਜ਼ੀ ਨਾਲ ਉੱਚੀਆਂ ਪਹਾੜੀਆਂ ਅਤੇ ਵਾਦੀਆਂ ਉੱਤੇ ਉਡਾਰੀ ਮਾਰ ਸਕਦਾ ਹੈ। ਗੰਧਾਰਾ ਦੇ ਪਿੰਡ ਉਸ ਦੀ ਯਾਦ ਵਿੱਚ ਅਜੇ ਵੀ ਵਸੇ ਹੋਏ ਹਨ। ਪੋਠੋਹਾਰ ਪ੍ਰਤੀ ਪ੍ਰੋਫੈਸਰ ਪੂਰਨ ਸਿੰਘ ਲਿਖਦਾ ਹੈ ਕਿ ਉਸ ਦਾ ਬਹੁਤ ਸਾਰਾ ਮੋਹ ਹੈ। ਇਸ ਬਾਰੇ ਲਿਖਦਾ ਹੈ ਕਿ ਪੋਠੋਹਾਰ ਉਸ ਦੇ ਮਾਤਾ ਪਿਤਾ ਦੀ ਜਨਮ ਭੂਮੀ ਸੀ। ਉੱਥੇ ਉਹਨਾਂ ਦੇ ਅਜਿਹੇ ਸਾਕ ਸੰਬੰਧੀ ਸਨ ਜਿਹੜੇ ਉਹਨਾਂ ਦਾ ਘਰ ਜਾਣ ਉੱਤੇ ਮੋਹ ਭਰਿਆ ਨਿੱਘਾ ਸਵਾਗਤ ਕਰਦੇ ਸਨ। ਉਹਨਾਂ ਦੇ ਹੱਥ ਜੋੜ ਵਿਦਾ ਕਰਨ, ਗਲ ਲੱਗਣੀਆਂ, ਹੱਥ ਘੁੱਟਣੀਆਂ, ਹੰਝੂਆਂ ਅਤੇ ਮੁਸਕਾਨਾਂ 'ਚੋਂ ਲੇਖਕ ਨੂੰ ਆਪਣੀ ਜ਼ਿੰਦਗੀ ਰੌਚਕ ਬਣਦੀ ਪ੍ਰਤੀਤ ਹੁੰਦੀ ਸੀ। ਪੋਠੋਹਾਰ ਪ੍ਰਤੀ ਆਪਣੇ ਮੋਹ ਦਾ ਪ੍ਰਗਟਾਵਾ ਪੂਰਨ ਸਿੰਘ ਇੰਝ ਕਰਦਾ ਹੈ। ਅੱਜ ਤੱਕ ਵੀ ਮਾਰਗਲਾ ਦਰਾ, ਪਾਵਨ ਨਾਲ ਸੋਮਾ, ਪੰਜਾ ਸਾਹਿਬ, ਵਲੀ ਕੰਧਾਰੀ ਦੀ ਵੀਰਾਨ ਸੁੱਕੀ ਪਹਾੜੀ, ਮਾਰਗਲੇ ਦਰੇ ਰਾਹੀਂ ਕਲਕੱਤਿਓਂ ਪਿਸ਼ੌਰ ਜਾਂਦੀ ਜਰਨੈਲੀ ਸੜਕ ਮੇਰੇ ਅੰਦਰ ਕੋਈ ਪ੍ਰੇਰਕ ਝੁੰਚਣੀ ਛੇੜਦੇ ਹਨ। ਇਹਨਾਂ ਦੀ ਇੱਕ ਝਾਤ ਵੀ ਮੈਨੂੰ ਜਵਾਨੀ ਦਾ ਅਹਿਸਾਸ ਦਿੰਦੀ ਹੈ। ਟੈਕਸਲਾ ਯੂਨੀਵਰਸਿਟੀ ਬਾਰੇ ਵੀ ਪ੍ਰੋਫੈਸਰ ਪੂਰਨ ਸਿੰਘ ਆਪਣੇ ਵਿਚਾਰ ਪੇਸ਼ ਕਰਦਾ ਹੈ। ਉਹ ਦੱਸਦਾ ਹੈ ਕਿ ਐਬਟਾਬਾਦ ਵਿਸ਼ਵ ਪ੍ਰਸਿੱਧ ਮਹਾਨ ਟੈਕਸਲਾ ਯੂਨੀਵਰਸਿਟੀ ਦਾ ਸਥਾਨ ਹੈ। ਇੱਥੋਂ ਕਈ ਵਾਰ ਲੰਘਦਿਆਂ ਉਹ ਆਪਣੇ ਆਪ ਨੂੰ ਕੋਈ ਰਮਤੀ ਰੂਹ ਖਿਆਲ ਕਰਦਾ ਹੈ, ਜੋ ਉਸ ਤਖਤਬਾਈ ਵੱਲੋਂ ਆਈ ਹੋਵੇ, ਜਿੱਥੇ 1000 ਯੂਨਾਨੀ ਗੰਧਾਰਾਂ ਚਟਾਨਾਂ ਦੇ ਨੀਲੇ ਪੱਥਰ ਵਿੱਚ ਨਮੋ ਬੁੱਧ ਦੀ ਧੁਨੀ ਉਚਾਰਦੇ ਬੁੱਧ ਦਾ ਪਵਿੱਤਰ ਚਿਹਰਾ ਘੜਦੇ ਸਨ, ਜਿੱਥੇ ਪੂਰਬ ਅਤੇ ਪੱਛਮ ਦੋਵੇਂ ਮਨੁੱਖਤਾ ਦੀ ਸਾਂਝ ਵਿੱਚ ਇੱਕਮਿੱਕ ਹੋ ਜਾਂਦੇ ਹਨ। ਲੇਖਕ ਦਾ ਵਿਸ਼ਵਾਸ ਸੀ ਕਿ ਇਹ ਉਹ ਥਾਂ ਸੀ ਜਿੱਥੇ ਗੁਰੂ ਨਾਨਕ ਸਾਹਿਬ ਜੀ ਅਤੇ ਬੁੱਧ ਦੀ ਮਹਾਨਤਾ ਮਨੁੱਖਤਾ ਨਾਲ ਰਲ ਮਿਲੇਗੀ ਅਤੇ ਇੱਥੇ ਸਵਰਗ ਜੁੜੇਗਾ। ਉਸ ਅਨੁਸਾਰ ਟੈਕਸਲਾ ਵਿਸ਼ਵ ਦਾ ਨਵੀਨ ਸੱਭਿਆਚਾਰ ਹੋਵੇਗਾ, ਜਿਸ ਦਾ ਸੁਪਨਾ ਪੰਜਾਬ ਦੇ ਗੁਰੂ ਸਾਹਿਬਾਨ ਨੇ ਲਿਆ। ਇਸ ਪਾਠ ਦੇ ਅੰਤ ਵਿੱਚ ਪੂਰਨ ਸਿੰਘ ਅਟਕ ਦਰਿਆ ਬਾਰੇ ਵੀ ਗੱਲ ਕਰਦਾ ਹੈ। ਇੱਕ ਬੜੀ ਪਿਆਰੀ ਯਾਦ ਤੁਹਾਡੇ ਨਾਲ ਸਾਂਝੀ ਕਰਦਾ ਹੈ। ਪੂਰਨ ਸਿੰਘ ਦੱਸਦਾ ਹੈ ਕਿ ਉਸ ਦੀ ਮਾਂ ਅਟਕ ਦਰਿਆ ਨੂੰ ਸੱਚੀ ਮੁੱਚੀ ਇੱਕ ਜੋੜਾ ਸਮਝਦੀ ਹੈ। ਉਸ ਦੀ ਮਾਂ ਦੱਸਦੀ ਹੈ ਕਿ ਇੱਕ ਵਾਰ ਜਦੋਂ ਉਹ ਕੁੜੀ ਮਾਂ ਹੁੰਦੀ ਸੀ, ਅਟਕ ਦਰਿਆ ਕਿਨਾਰੇ ਇਸ਼ਨਾਨ ਕਰਨ ਮਗਰੋਂ ਉਸ ਨੇ ਪੱਥਰ ਉੱਪਰ ਬੈਠੀ ਨੇ ਬਾਲ ਪੂਰਨ ਸਿੰਘ ਨੂੰ ਜਦੋਂ ਚੁੱਭੀ ਲਾਉਣੀ ਚਾਹੀ ਤਾਂ ਉਹ ਉਸ ਦੇ ਹੱਥੋਂ ਛੁੱਟ ਗਿਆ। ਪਰ ਉਸ ਵੇਲੇ ਅਚਾਨਕ ਇੱਕ ਚੜ੍ਹਦੀ ਛੱਲ ਨੇ ਪੂਰਨ ਸਿੰਘ ਨੂੰ ਚੁੱਕ ਕੇ ਉਸ ਦੀ ਮਾਂ ਦੀਆਂ ਬਾਹਾਂ ਵਿੱਚ ਧਰ ਦਿੱਤਾ ਸੀ। ਉਹ ਸਮਝਦੀ ਸੀ ਕਿ ਸਿੰਧ ਇੱਕ ਦੇਵੀ ਹੈ, ਜਿਸ ਨੇ ਉਸ ਦਾ ਪੁੱਤਰ ਮੋੜ ਕੇ
ਉਸ ਨੂੰ ਦੇ ਦਿੱਤਾ। ਲੇਖਕ ਨੂੰ ਵੀ ਉਦੋਂ ਸਿੰਧ ਦਰਿਆ ਦੇਵੀ ਹੀ ਪ੍ਰਤੀਤ ਹੋਇਆ ਜਦੋਂ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਿੰਧ ਦਰਿਆ ਪਾਰ ਕਰਨ ਦੀ ਘਟਨਾ ਯਾਦ ਆਈ। ਉਸ ਨੂੰ ਯਾਦ ਆਇਆ ਕਿ ਜਦੋਂ ਚੜ੍ਹੇ ਹੋਏ ਅਟਕ ਦਰਿਆ ਨੂੰ ਪਾਰ ਕਰਨ ਲਈ ਕਿਸੇ ਵੀ ਸਿਪਾਹੀ ਦਾ ਹੌਸਲਾ ਨਾ ਪਿਆ ਤਾਂ ਮਹਾਰਾਜੇ ਨੇ ਦਰਿਆ ਵਿੱਚ ਆਪ ਆਪਣਾ ਘੋੜਾ ਠੇਲ ਕੇ ਕਿਹਾ, ਅਟਕ ਉਹਨਾਂ ਨੂੰ ਹੀ ਅਟਕਾਉਂਦਾ ਹੈ ਜਿਨ੍ਹਾਂ ਦੇ ਆਪਣੇ ਦਿਲ ਵਿੱਚ ਅਟਕਾਂ ਭਾਵ ਰੁਕਾਵਟਾਂ ਹੁੰਦੀਆਂ ਹਨ। ਕ੍ਰਿਸ਼ਮਾ ਪਿਆਰੇ ਵਿਦਿਆਰਥੀਓ ਇਹ ਹੋਇਆ ਕਿ ਸਾਰੀ ਫੌਜ ਸਹੀ ਸਲਾਮਤ ਦਰਿਆ ਪਾਰ ਕਰ ਗਈ ਅਤੇ ਮਹਾਰਾਜੇ ਦਾ ਘੋੜਾ ਬਿਲਕੁਲ ਉਸੇ ਤਰ੍ਹਾਂ ਅਟਕ ਦਰਿਆ ਦੇ ਵਿੱਚ ਖੜਾ ਰਿਹਾ। ਸੋ ਪਿਆਰੇ ਵਿਦਿਆਰਥੀਓ, ਇਹ ਸਵੈ ਜੀਵਨੀ ਅੰਸ਼ ਐਬਟਾਬਾਦ ਦਾ ਸੰਖੇਪ ਅਤੇ ਰੌਚਕ ਸਾਰ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈ। ਪਿਆਰੇ ਵਿਦਿਆਰਥੀਓ, ਹੁਣ ਤੁਸੀਂ ਇਸ ਲੈਕਚਰ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਦੀ ਲਿਖੇ ਹੋਏ ਸਵੈ ਜੀਵਨੀ ਅੰਸ਼ ਐਬਟਾਬਾਦ ਦਾ ਬਹੁਤ ਹੀ ਪਿਆਰਾ, ਨਿਆਰਾ ਅਤੇ ਘਟਨਾਵਾਂ ਭਰਪੂਰ ਸਵੈ ਜੀਵਨੀ ਅੰਸ਼ ਸੁਣਿਆ ਹੈ। ਆਓ ਪਿਆਰੇ ਵਿਦਿਆਰਥੀਓ, ਇਸ ਸਵੈ ਜੀਵਨੀ ਅੰਸ਼ ਦੇ ਆਧਾਰ ਉੱਤੇ ਅਸੀਂ ਬੋਰਡ ਪ੍ਰੀਖਿਆ ਦੇ ਵਿੱਚ ਜੋ ਸਾਨੂੰ ਪ੍ਰਸ਼ਨ ਪੁੱਛੇ ਜਾਣੇ ਹਨ ਉਹਨਾਂ ਦੇ ਅਭਿਆਸ ਪ੍ਰਸ਼ਨਾਂ ਦੇ ਉੱਤਰ ਕਰੀਏ। ਪ੍ਰੋਫੈਸਰ ਪੂਰਨ ਸਿੰਘ ਦੇ ਲਿਖੇ ਹੋਏ ਸਵੈ ਜੀਵਨੀ ਅੰਸ਼ ਐਬਟਾਬਾਦ ਦੇ ਅਭਿਆਸ ਦੇ ਪ੍ਰਸ਼ਨ ਉੱਤਰ ਅਸੀਂ ਇਸ ਪ੍ਰਕਾਰ ਕਰਾਂਗੇ। ਪਹਿਲਾ ਪ੍ਰਸ਼ਨ ਹੈ, ਕੁਝ ਵੀ ਕਰੀਏ ਆਪਣੇ ਹਰ ਕੰਮ ਦਾ ਦਾਗ ਜਾਂ ਚੰਗਿਆੜਾ ਸਾਰੀ ਉਮਰ ਸਾਡੇ ਨਾਲ ਰਹਿੰਦਾ ਹੈ। ਲੇਖਕ ਨੇ ਇਹ ਟਿੱਪਣੀ ਕਿਸ ਪ੍ਰਸੰਗ ਵਿੱਚ ਕੀਤੀ ਹੈ? ਉੱਤਰ, ਲੇਖਕ ਨੇ ਇਹ ਭਾਵਪੂਰਤ ਟਿੱਪਣੀ ਜੀਵਨ ਦੇ ਪ੍ਰਸੰਗ ਵਿੱਚ ਕੀਤੀ ਹੈ। ਉਹ ਦੱਸਦਾ ਹੈ ਕਿ ਬਚਪਨ ਵਿੱਚ ਜਦੋਂ ਉਹ ਮਿੱਟੀ ਵਿੱਚ ਗੱਡੇ ਲੋਹੇ ਦੇ ਨਲ ਕੋਲ ਖੇਡ ਰਿਹਾ ਸੀ ਤਾਂ ਨਲ ਉਸ ਦੇ ਪੈਰ ਉੱਤੇ ਡਿੱਗ ਪਿਆ ਸੀ। ਪੈਰ ਵਿੱਚੋਂ ਬਹੁਤ ਲਹੂ ਵਗਿਆ ਸੀ ਅਤੇ ਜ਼ਖਮ ਦਾ ਨਿਸ਼ਾਨ ਉਸ ਦੇ ਵੱਡੇ ਹੋਣ ਉੱਤੇ ਵੀ ਉਸ ਦੇ ਪੈਰ ਉੱਪਰ ਦਿਖਾਈ ਦਿੰਦਾ ਰਿਹਾ। ਅਗਲਾ ਪ੍ਰਸ਼ਨ ਹੈ, ਪੂਰਨ ਸਿੰਘ ਨੇ ਆਪਣੀ ਮਾਂ ਦੀ ਵਡਿਆਈ ਕਿਹੜੀਆਂ ਘਟਨਾਵਾਂ ਦਰਸਾ ਕੇ ਕੀਤੀ ਹੈ? ਉੱਤਰ, ਪੂਰਨ ਸਿੰਘ ਦੱਸਦਾ ਹੈ ਕਿ ਉਸ ਦੀ ਮਾਂ ਉਸ ਨਾਲ ਬਹੁਤ ਮੋਹ ਕਰਦੀ ਸੀ। ਇੱਕ ਘਟਨਾ ਰਾਹੀਂ ਉਹ ਦੱਸਦਾ ਹੈ ਕਿ ਕਿਵੇਂ ਉਸ ਦੀ ਮਾਂ ਨੇ ਉਸ ਨੂੰ ਸ਼ਿੰਗਾਰਨ ਲਈ, ਸੋਹਣਾ ਬਣਾਉਣ ਲਈ ਉਸ ਦੇ ਵਾਲਾਂ ਵਿੱਚ ਸੋਨੇ ਦੀ ਮੋਹਰ ਗੁੰਦੀ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਇੱਕ ਫਕੀਰ ਧੋਖੇ ਨਾਲ ਬਾਲ ਪੂਰਨ ਸਿੰਘ ਦੇ ਵਾਲਾਂ 'ਚੋਂ ਸੋਨੇ ਦੀ ਮੋਹਰ ਸਮੇਤ ਵਾਲਾਂ ਦੀ ਲਿੱਟ ਕੱਟ ਕੇ ਲੈ ਗਿਆ ਤਾਂ ਉਸ ਦੀ ਮਾਂ ਨੇ ਲੇਖਕ ਦੀਆਂ ਖਾਲੀ ਤਲੀਆਂ ਚੁੰਮ ਕੇ ਉਸ ਨੂੰ ਕੁੱਛੜ ਚੁੱਕ ਲਿਆ। ਉਸ ਨੇ ਰੱਬ ਦਾ ਸ਼ੁਕਰ ਮਨਾਇਆ ਕਿ ਉਹ ਫਕੀਰ ਸੋਨੇ ਦੀ ਚੰਦਰੀ ਮੋਹਰ ਨਾਲ ਕਿਧਰੇ ਲੇਖਕ ਨੂੰ ਹੀ ਨਹੀਂ ਚੁੱਕ ਕੇ ਲੈ ਗਿਆ ਸੀ। ਦੂਸਰੀ ਘਟਨਾ ਉਹ ਦੱਸਦਾ ਹੈ ਕਿ ਬਹੁਤ ਖਪਤੀ ਭਾਵ ਜਿੱਦੀ ਹੋਣ ਕਰਕੇ ਉਸ ਦੀ ਮਾਂ ਨੇ ਉਸ ਦੀ ਕਹੇ ਦਾ ਕੌਲ ਭੰਨਣ ਦੀ ਜਿੱਦ ਮੰਨ ਲਈ ਸੀ। ਤੀਸਰੀ ਘਟਨਾ ਉਹ ਦੱਸਦਾ ਹੈ ਕਿ ਇੱਕ ਵਾਰ ਜਦੋਂ ਉਸ ਦੇ ਨਿੱਕੇ ਹੁੰਦਿਆਂ ਉਸ ਦੀ ਮਾਂ ਸਿੰਧ ਦਰਿਆ ਵਿੱਚ ਨਹਾ ਰਹੀ ਸੀ ਤਾਂ ਪੂਰਨ ਸਿੰਘ ਅਚਾਨਕ ਉਸ ਦੇ ਹੱਥੋਂ ਛੁੱਟ ਗਿਆ ਸੀ, ਪਰ ਸਿੰਧ ਦਰਿਆ ਦੀ ਇੱਕ ਛੱਲ ਨੇ ਉਸ ਨੂੰ ਉਸ ਦੀ ਮਾਂ ਦੇ ਹੱਥਾਂ ਵਿੱਚ ਦੁਬਾਰਾ ਫੜਾ ਦਿੱਤਾ ਸੀ। ਉਦੋਂ ਤੋਂ ਪੂਰਨ ਸਿੰਘ ਦੀ ਮਾਂ ਸਿੰਧ ਦਰਿਆ, ਅਟਕ ਦਰਿਆ ਨੂੰ ਇੱਕ ਜਿਊੜਾ ਸਮਝਣ ਲੱਗ ਪਈ ਸੀ। ਇਹਨਾਂ ਘਟਨਾਵਾਂ ਦੇ ਨਾਲ ਪ੍ਰੋਫੈਸਰ ਪੂਰਨ ਸਿੰਘ ਨੇ ਆਪਣੀ ਮਾਂ ਦੀ ਵਡਿਆਈ ਕੀਤੀ ਹੈ। ਅਗਲਾ ਪ੍ਰਸ਼ਨ ਹੈ ਕਿ ਐਬਟਾਬਾਦ ਪਾਠ ਵਿੱਚ ਕਿਹੜੇ-ਕਿਹੜੇ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਪੂਰਨ ਸਿੰਘ ਨੂੰ ਬਚਪਨ ਤੋਂ ਹੀ ਪ੍ਰਕਿਰਤੀ ਨਾਲ ਪਿਆਰ ਸੀ? ਉੱਤਰ, ਪੂਰਨ ਸਿੰਘ ਨੂੰ ਬਚਪਨ ਤੋਂ ਹੀ ਐਬਟਾਬਾਦ ਦੀ ਪ੍ਰਕਿਰਤਕ ਸੁੰਦਰਤਾ, ਉਸ ਦੀਆਂ ਨਦੀਆਂ, ਸਫੈਦੇ, ਝੀਲਾਂ ਅਤੇ ਪਹਾੜੀਆਂ ਬਹੁਤ ਸੋਹਣੀਆਂ ਲੱਗਦੀਆਂ ਸਨ। ਉਹ ਨਦੀਆਂ ਵਿੱਚ ਨਹਾਉਣ ਦਾ ਆਨੰਦ ਲੈਂਦਾ ਸੀ। ਉੱਥੋਂ ਦੇ ਛੋਟੇ ਪੱਥਰ ਕੰਧੇ ਸਕੂਲ ਦੀ ਯਾਦ ਉਸ ਨੂੰ ਕਦੇ ਨਹੀਂ ਭੁੱਲਦੀ। ਸਕੂਲ ਦੇ ਬੂਹੇ ਬਾਰੀਆਂ ਉੱਤੇ ਚੜ੍ਹੀਆਂ ਫੁੱਲਾਂ ਲੱਦੀਆਂ ਗੁਲਾਬੀ ਬੇਲਾਂ, ਸਕੂਲ ਨੇੜੇ ਦੀਆਂ ਪੈਲੀਆਂ ਵਿੱਚੋਂ ਪੂਦਨੇ ਅਤੇ ਬਰਬੀਨੇ ਦੀਆਂ ਆਉਂਦੀਆਂ ਖੁਸ਼ਬੂਆਂ ਉਸ ਨੂੰ ਨਹੀਂ ਭੁੱਲਦੀਆਂ। ਲੇਖਕ ਉੱਥੇ ਬੈਂਚਾਂ ਉੱਪਰ ਬੈਠਣ ਦੀ ਬਜਾਏ ਘਾਹ ਉੱਤੇ ਲੇਟਦਾ ਸੀ। ਰੁੱਤਾਂ ਦੇ ਫਲ ਵੀ ਉਸ ਨੂੰ ਖੂਬ ਭਰਮਾਉਂਦੇ ਸਨ। ਉਸ ਨੂੰ ਕਮੇਟੀ ਬਾਗ ਵਿਚਲੀ ਬੇਦ ਮਜਨੂਆਂ ਦੇ ਝੁੰਡ ਵਾਲੀ ਥਾਂ ਪਰੀਆਂ ਦੀ ਕੋਈ ਠਾਰ ਜਾਪਦੀ ਸੀ। ਇਹਨਾਂ ਵੇਰਵਿਆਂ ਤੋਂ ਪਿਆਰੇ ਵਿਦਿਆਰਥੀਓ ਪਤਾ ਲੱਗਦਾ ਹੈ ਕਿ ਪੂਰਨ ਸਿੰਘ ਨੂੰ ਬਚਪਨ ਤੋਂ ਹੀ ਪ੍ਰਕਿਰਤੀ ਨਾਲ ਪਿਆਰ ਸੀ। ਅਗਲਾ ਪ੍ਰਸ਼ਨ, ਪੂਰਨ ਸਿੰਘ ਅਨੁਸਾਰ ਇੱਕ ਚੰਗੇ ਅਧਿਆਪਕ ਅਤੇ ਮਾਪਿਆਂ ਵਿੱਚ ਕਿਹੜੇ ਵਿਸ਼ੇਸ਼ ਗੁਣ ਹੋਣੇ ਚਾਹੀਦੇ ਹਨ? ਉੱਤਰ, ਪੂਰਨ ਸਿੰਘ ਅਨੁਸਾਰ ਇੱਕ ਚੰਗੇ ਅਧਿਆਪਕ ਵਿੱਚ ਸੁਹਜ ਦੀ ਸੋਝੀ ਦਾ ਗੁਣ ਜ਼ਰੂਰ ਹੋਣਾ ਚਾਹੀਦਾ ਹੈ।
ਅਧਿਆਪਕ ਕੋਝੇ ਅਤੇ ਮੰਦੇ ਸਰੀਰ ਵਾਲੇ ਨਹੀਂ ਹੋਣੇ ਚਾਹੀਦੇ। ਚੰਗੇ ਮਾਪਿਆਂ ਵਿੱਚ ਗੁਣ ਵਿਸ਼ੇਸ਼ ਇਹ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਛੋਟੇ ਬੱਚਿਆਂ ਵੱਲ ਅਣਗਹਿਲੀ ਵਰਤਦੇ ਹੋਏ ਆਪਣੀਆਂ ਵਾਸ਼ਨਾਵਾਂ ਪਿੱਛੇ ਨਾ ਭਟਕਦੇ ਰਹਿਣ। ਪਿਆਰੇ ਵਿਦਿਆਰਥੀਓ, ਅਗਲਾ ਪ੍ਰਸ਼ਨ ਹੈ, ਪੂਰਨ ਸਿੰਘ ਦੀ ਮਾਂ ਅਟਕ ਦਰਿਆ ਨੂੰ ਜਿਉੜਾ ਕਿਉਂ ਕਹਿੰਦੀ ਸੀ? ਇਹ ਜਿਹੜੇ ਪ੍ਰਸ਼ਨ ਪਿਆਰੇ ਵਿਦਿਆਰਥੀਓ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ, ਇਹ ਬੋਰਡ ਪ੍ਰੀਖਿਆਵਾਂ ਵਿੱਚ ਆਉਣ ਵਾਲੇ ਬੜੇ ਯਕੀਨੀ ਪ੍ਰਸ਼ਨ ਹਨ, ਪ੍ਰੀਖਿਆ ਦੀ ਦ੍ਰਿਸ਼ਟੀ ਤੋਂ ਬੜੇ ਮਹੱਤਵਪੂਰਨ ਹਨ। ਸੋ ਇਹਨਾਂ ਨੂੰ ਤੁਸੀਂ ਧਿਆਨ ਨਾਲ ਸੁਣਨਾ ਹੈ। ਉੱਤਰ, ਪੂਰਨ ਸਿੰਘ ਦੀ ਮਾਂ ਅਟਕ ਦਰਿਆ ਨੂੰ ਇੱਕ ਜਿਉੜਾ ਇਸ ਕਰਕੇ ਕਹਿੰਦੀ ਸੀ ਕਿਉਂਕਿ ਜਦੋਂ ਇੱਕ ਵਾਰ ਉਹ ਨਿੱਕੇ ਜਿਹੇ ਲੇਖਕ ਨੂੰ ਇੱਕ ਪੱਥਰ ਉੱਤੇ ਬਿਠਾ ਕੇ ਦਰਿਆ ਦੀਆਂ ਲਹਿਰਾਂ ਬੁੱਕਾਂ ਨਾਲ ਉਸ ਉੱਤੇ ਪਾ ਕੇ ਉਸ ਨੂੰ ਨਹਾ ਰਹੀ ਸੀ ਅਤੇ ਪੂਰਨ ਸਿੰਘ ਅਚਾਨਕ ਉਸ ਦੇ ਹੱਥੋਂ ਛੁੱਟ ਗਿਆ ਸੀ, ਤਾਂ ਅਟਕ ਨੇ ਉਸ ਦੀ ਮਾਂ ਦੇ ਬੇਨਤੀ ਕਰਨ ਤੋਂ ਪਹਿਲਾਂ ਹੀ ਬਾਲ ਪੂਰਨ ਸਿੰਘ ਨੂੰ ਉਸ ਦੀਆਂ ਬਾਹਾਂ ਵਿੱਚ ਧਰ ਦਿੱਤਾ ਸੀ। ਉਦੋਂ ਤੋਂ ਹੀ ਉਹ ਅਟਕ ਦਰਿਆ ਨੂੰ ਇੱਕ ਜਿਉੜਾ ਭਾਵ ਜੀਵਨ ਦੇਣ ਵਾਲਾ ਸਮਝਣ ਲੱਗ ਪਈ ਸੀ। ਅਗਲਾ ਪ੍ਰਸ਼ਨ ਹੈ ਪਿਆਰੇ ਵਿਦਿਆਰਥੀਓ, ਐਬਟਾਬਾਦ ਸਵੈ ਜੀਵਨੀ ਅੰਸ਼ ਵਿੱਚੋਂ ਪ੍ਰੋਫੈਸਰ ਪੂਰਨ ਸਿੰਘ ਦੀ ਕਿਹੋ ਜਿਹੀ ਸ਼ਖਸੀਅਤ ਉੱਭਰਦੀ ਹੈ? ਉੱਤਰ ਹੈ, ਐਬਟਾਬਾਦ ਸਵੈ ਜੀਵਨੀ ਅੰਸ਼ ਪ੍ਰੋਫੈਸਰ ਪੂਰਨ ਸਿੰਘ ਦੀ ਸਵੈ ਜੀਵਨੀ ਜ਼ਿੰਦਗੀ ਦੇ ਰਾਹਾਂ ਉੱਤੇ ਵਿੱਚੋਂ ਲਿਆ ਗਿਆ ਹੈ। ਇਸ ਵਿੱਚੋਂ ਪ੍ਰੋਫੈਸਰ ਪੂਰਨ ਸਿੰਘ ਦੀ ਡੁੱਲ ਪੈਂਦੀ ਸੰਵੇਦਨਸ਼ੀਲ ਕਵੀ ਸ਼ਖਸੀਅਤ ਦੇ ਨਿਰਮਾਣ ਵਿੱਚ ਬਾਲ ਉਮਰੇ ਪਏ ਪ੍ਰਭਾਵਾਂ ਦੀ ਸਾਨੂੰ ਝਲਕ ਮਿਲਦੀ ਹੈ। ਪੂਰਨ ਸਿੰਘ ਪ੍ਰਕਿਰਤੀ ਪ੍ਰੇਮੀ ਸੀ। ਉਹ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ। ਉਹ ਗੈਰ ਜ਼ਿੰਮੇਵਾਰ, ਕੁਰਖਤ ਅਤੇ ਭੈੜੇ ਮਾਪਿਆਂ ਤੇ ਅਧਿਆਪਕਾਂ ਨੂੰ ਚੰਗਾ ਨਹੀਂ ਸਮਝਦਾ ਸੀ। ਬਚਪਨ ਵਿੱਚ ਉਹ ਇੱਕ ਹਰਮਨ ਪਿਆਰਾ ਬੱਚਾ, ਇੱਕ ਹੱਦ ਦਰਜੇ ਦਾ ਖਪਤੀ ਬੱਚਾ, ਕੋਮਲ ਦਿਲ ਤੇ ਭਾਵੁਕ, ਰੋਮਾਂਟਿਕ ਰੁਚੀ ਵਾਲਾ, ਦੇਸ਼ ਪਿਆਰ ਦੀ ਭਾਵਨਾ ਰੱਖਣ ਵਾਲਾ, ਮਨੁੱਖੀ ਹਮਦਰਦੀ ਨਾਲ ਭਰਪੂਰ ਸੀ ਅਤੇ ਵੱਡਾ ਹੋ ਕੇ ਉਹ ਵਿਸ਼ਵ ਮਨੁੱਖੀ ਭਾਈਚਾਰਕ ਏਕਤਾ ਦਾ ਚਾਹਵਾਨ, ਅਨੁਭਵੀ ਵਿਅਕਤੀ ਅਤੇ ਇੱਕ ਨਿਵੇਕਲਾ ਗਦਕਾਰ ਅਤੇ ਸ਼ੈਲੀਕਾਰ ਬਣਦਾ ਹੈ। ਅਭਿਆਸ ਵਸਤੂਨਿਸ਼ਟ ਅਤੇ ਬਹੁ ਵਿਕਲਪੀ ਪ੍ਰਸ਼ਨ ਉੱਤਰ। ਪਹਿਲਾ ਪ੍ਰਸ਼ਨ, ਐਬਟਾਬਾਦ ਸਵੈ ਜੀਵਨੀ ਅੰਸ਼ ਕਿਸ ਦੀ ਰਚਨਾ ਹੈ? ਉੱਤਰ, ਪ੍ਰੋਫੈਸਰ ਪੂਰਨ ਸਿੰਘ। ਪ੍ਰਸ਼ਨ ਨੰਬਰ 2, ਪ੍ਰੋਫੈਸਰ ਪੂਰਨ ਸਿੰਘ ਦੀ ਸਵੈ ਜੀਵਨੀ ਦਾ ਨਾਂ ਦੱਸੋ? ਉੱਤਰ, ਜ਼ਿੰਦਗੀ ਦੇ ਰਾਹਾਂ ਉੱਤੇ। ਪ੍ਰਸ਼ਨ ਨੰਬਰ 3, ਪ੍ਰੋਫੈਸਰ ਪੂਰਨ ਸਿੰਘ ਦਾ ਜਨਮ ਕਿਹੋ ਜਿਹੇ ਘਰ ਵਿੱਚ ਹੋਇਆ? ਇਸ ਦੀ ਚੋਣ ਕਰਨੀ ਹੈ। ਊੜਾ ਪੱਕੇ ਘਰ, ਐੜਾ ਮਹੱਲ ਵਿੱਚ, ਈੜੀ ਕੱਚੇ ਘਰ, ਸੱਸਾ ਢੱਠੇ ਹੋਏ ਘਰ ਵਿੱਚ। ਉੱਤਰ, ਈੜੀ ਕੱਚੇ ਘਰ ਵਿੱਚ। ਅਗਲਾ ਪ੍ਰਸ਼ਨ, ਬਾਲ ਪੂਰਨ ਸਿੰਘ ਕੀ ਭੰਨਣ ਦੀ ਜ਼ਿੱਦ ਕਰਦਾ ਸੀ? ਚੋਣ ਕਰਨੀ ਹੈ ਆਪਾਂ। ਊੜਾ ਕੌਲੀ, ਐੜਾ ਪਿੱਤਲ ਦਾ ਗਲਾਸ, ਈੜੀ ਖਿਡੌਣਾ, ਸੱਸਾ ਕੈਂਹੇ ਦਾ ਕੌਲ। ਉੱਤਰ, ਸੱਸਾ ਕੈਂਹੇ ਦਾ ਕੌਲ। ਅਗਲਾ ਪ੍ਰਸ਼ਨ ਹੈ, ਲਾਲ ਜੱਤ ਵਾਲੀ ਬੱਕਰੀ ਨੂੰ ਪੂਰਨ ਸਿੰਘ ਕਦੇ ਭੁੱਲ ਨਾ ਸਕਿਆ। ਸਹੀ ਹੈ ਜਾਂ ਗਲਤ ਉੱਤਰ ਦੇਣਾ ਹੈ ਅਸੀਂ। ਉੱਤਰ ਹੈ ਸਹੀ। ਅਗਲਾ ਪ੍ਰਸ਼ਨ, ਪੂਰਨ ਸਿੰਘ ਦੀ ਮਾਂ ਅਟਕ ਦਰਿਆ ਨੂੰ ਕੀ ਸਮਝਦੀ ਸੀ? ਚੋਣ ਕਰਨੀ ਹੈ ਪਿਆਰੇ ਵਿਦਿਆਰਥੀਓ। ਊੜਾ ਇੱਕ ਦਰਿਆ, ਇੱਕ ਜਿਉੜਾ, ਇੱਕ ਰੱਬੀ ਰੂਹ ਜਾਂ ਇੱਕ ਦੇਵਤਾ। ਇਹਦਾ ਉੱਤਰ ਹੈ, ਆਪਸ਼ਨ ਹੈ ਐੜਾ, ਇੱਕ ਜਿਉੜਾ। ਪ੍ਰਸ਼ਨ ਨੰਬਰ 7, ਪੂਰਨ ਸਿੰਘ ਦੇ ਦੋਸਤ ਉਸ ਨੂੰ ਡੈਸ਼ ਸਮਝਦੇ ਸਨ। ਪਿਆਰੇ ਵਿਦਿਆਰਥੀਓ, ਆਪਾਂ ਇੱਥੇ ਖਾਲੀ ਸਥਾਨ ਭਰਨਾ ਹੈ। ਇਹ ਹੈ, ਇਹਦਾ ਉੱਤਰ ਹੈ ਨੀਮ ਪਾਗਲ। ਅਗਲਾ ਪ੍ਰਸ਼ਨ, ਜਦੋਂ ਕਿਸੇ ਫਕੀਰ ਨੇ ਪੂਰਨ ਸਿੰਘ ਦੇ ਵਾਲਾਂ ਵਿੱਚ ਗੁੰਦੀ ਸੋਨੇ ਦੀ ਮੋਹਰ ਕੱਟ ਲਈ ਤਾਂ ਉਸ ਦੀ ਮਾਂ ਨੇ ਕੀ ਕੀਤਾ? ਚੋਣ ਕਰਨੀ ਹੈ। ਇਹਦੀ ਬਹੁ ਵਿਕਲਪੀ ਪ੍ਰਸ਼ਨ ਹੈ। ਊੜਾ ਉਸ ਨੂੰ ਬਹੁਤ ਮਾਰਿਆ, ਐੜਾ ਉਸ ਦੀ ਰੋਟੀ ਬੰਦ ਕਰ ਦਿੱਤੀ, ਈੜੀ ਮੋਹਰ ਲੱਭ ਕੇ ਲਿਆਉਣ ਨੂੰ ਕਿਹਾ ਅਤੇ ਸੱਸਾ ਉਸ ਦੀਆਂ ਖਾਲੀ ਤਲੀਆਂ ਚੁੰਮ ਲਈਆਂ। ਉੱਤਰ ਹੋਵੇਗਾ ਸੱਸਾ ਉਸ ਦੀਆਂ ਖਾਲੀ ਤਲੀਆਂ ਚੁੰਮ ਲਈਆਂ। ਅਗਲਾ ਪ੍ਰਸ਼ਨ ਹੈ, ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਦਾ ਘੋੜਾ ਅਟਕ ਦਰਿਆ ਵਿੱਚ ਖੜ੍ਹਾ ਰਿਹਾ ਸਾਰੀ ਫੌਜ ਡੈਸ਼
ਆਪਾਂ ਇਹਦੇ ਵਿੱਚ ਵੀ ਇੱਥੋਂ ਚੋਣ ਕਰਨੀ ਹੈ। ਊੜਾ ਪਾਣੀ ਵਿੱਚ ਖੜੀ ਰਹੀ, ਐੜਾ ਪਾਣੀ ਵਿੱਚ ਡੁੱਬ ਗਈ, ਈੜੀ ਸਹੀ ਸਲਾਮਤ ਪਾਰ ਹੋ ਗਈ, ਸੱਸਾ ਤਿੰਨਾਂ ਵਿੱਚੋਂ ਕੋਈ ਵੀ ਨਹੀਂ। ਇਹਦਾ ਸਹੀ ਉੱਤਰ ਹੈ ਈੜੀ ਸਹੀ ਸਲਾਮਤ ਪਾਰ ਹੋ ਗਈ। ਲਾਸਟ ਪ੍ਰਸ਼ਨ ਹੈ, ਪੰਜਾਬੀ ਸਿਪਾਹੀ ਐਬਟਾਬਾਦ ਨੂੰ ਕੀ ਕਹਿੰਦੇ ਸਨ? ਉੱਤਰ ਹੈ ਹੈਬਟਾਬਾਦ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਇਸ ਲੈਕਚਰ ਦੇ ਵਿੱਚ 12ਵੀਂ ਸ਼੍ਰੇਣੀ ਵਾਸਤੇ ਚੋਣਵੀਂ ਪੰਜਾਬੀ ਵਿਸ਼ੇ ਵਿੱਚ ਸ਼ਾਮਲ ਪੁਸਤਕ ਆਪ ਬੀਤੀਆਂ ਵਿੱਚ ਪ੍ਰੋਫੈਸਰ ਪੂਰਨ ਸਿੰਘ ਦੇ ਲਿਖੇ ਹੋਏ ਐਬਟਾਬਾਦ ਦਾ ਪਾਠ ਵੀ ਕੀਤਾ ਹੈ। ਪ੍ਰੋਫੈਸਰ ਪੂਰਨ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਵੀ ਪ੍ਰਾਪਤ ਕੀਤੀ ਹੈ। ਉਸ ਤੋਂ ਬਾਅਦ ਅਸੀਂ ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ ਅਤੇ ਛੋਟੇ ਉੱਤਰਾਂ ਵਾਲੇ ਬਹੁ ਵਿਕਲਪੀ ਪ੍ਰਸ਼ਨਾਂ ਦੇ ਉੱਤਰ ਵੀ ਤੁਹਾਡੇ ਨਾਲ ਸਾਂਝੇ ਕੀਤੇ ਹਨ। ਪਿਆਰੇ ਵਿਦਿਆਰਥੀਓ, ਤੁਸੀਂ ਇਸ ਸਾਰੀ ਹੀ ਪਾਠ ਸਮੱਗਰੀ ਨੂੰ ਆਪਣੀਆਂ ਕਾਪੀਆਂ ਤੇ ਨੋਟ ਕਰਨਾ ਹੈ ਤਾਂ ਜੋ ਤੁਹਾਡੀ ਆਨਲਾਈਨ ਕਰਾਈ ਜਾ ਰਹੀ ਇਸ ਪੜ੍ਹਾਈ ਦਾ ਤੁਹਾਨੂੰ ਬਹੁਤ ਸਾਰਾ ਫਾਇਦਾ ਮਿਲ ਸਕੇ, ਤੁਹਾਨੂੰ ਉਹਦਾ ਮੁੱਲ ਮਿਲ ਸਕੇ। ਮੈਨੂੰ ਆਸ ਹੈ ਕਿ ਤੁਹਾਨੂੰ ਮੇਰਾ ਇਹ ਯਤਨ ਜ਼ਰੂਰ ਪਸੰਦ ਆਇਆ ਹੋਵੇਗਾ। ਤੁਸੀਂ ਇਸ ਪਾਠ ਨੂੰ ਪੂਰਾ ਆਨੰਦ ਮਾਣਿਆ ਹੋਵੇਗਾ ਇਸ ਦਾ, ਤੇ ਇਸ ਤੋਂ ਤੁਸੀਂ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ ਹੋਵੇਗੀ। ਆਉਣ ਵਾਲੇ ਸਮੇਂ 'ਚ ਹੋਰ ਵੀ ਲੈਕਚਰ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਉਣ ਵਾਲੇ ਸਮੇਂ ਤੱਕ ਮੈਨੂੰ ਦਿਓ ਆਗਿਆ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।